किस हिसाब नाल जे कोई आम बंदा है उदों जे कराउणा चाहे मन के चलो ਜ਼ਮੀਨ भी है नहीं ਉਹਦਾ हो जाता? छोटे लेवल ਤੇ ਪ੍ਰੋਜੈਕਟ ਹੋ ਜਾਂਦਾ ਹੈ। अच्छा ਵੀ ਜੇ ਉਹਨੂੰ 5 ਲੱਖ ਦਾ ਲੋਨ ਕਰਾਉਣਾ ਚਾਹੇ ਤਾਂ ਮਿਲ ਜਾਂਦਾ ਉਹਨੂੰ 5 ਲੱਖ ਦਾ ਲੋਨ। ਤੁਸੀਂ ਟ੍ਰੇਨਿੰਗ ਲੈਤੀ ਪਸ਼ੂ ਪਾਲਣ ਵਾਲੇ ਜਿਹੜਾ ਮਹਿਕਮਾ ਉਹਦੇ ਤੋਂ, ਹਾਂਜੀ ਤੇ ਫਿਰ ਉਹਦੇ ਤੋਂ ਲੋਨ ਫੇਰ ਹੀ ਹੁੰਦਾ। ਇਹ ਜਿਹੜਾ ਲੋਨ ਕਰਨ ਵਾਲਾ ਜਿਹੜਾ ਉਹ ਹੈਗਾ ਉਹ ਕਿਹੜੀ ਬੈਂਕ ਕਰ ਦਿੰਦੀ ਹੈ ਸੌਖਾ ਲੋਨ? ਸਾਡਾ ਸਪੈਸ਼ਲ ਸੀ ਨਾਰੀ ਸਸ਼ਸਤਰੀਕਰਨ ਸਕੀਮ ਦੇ ਅੰਡਰ ਨਾ ਮੇਰੀ ਵਾਈਫ ਨੇ ਪਹਿਲਾਂ ਕੀਤਾ ਅਪਲਾਈ ਕੀਤਾ, ਫਿਰ ਇੰਟਰਵਿਊ ਵੀ ਹੋਈ ਸਾਡੀ ਡੀਸੀ ਦਫ਼ਤਰ 'ਚ। ਅੱਛਾ, ਉਹਨਾਂ ਨੇ ਪਾਸ ਕੀਤਾ ਸਾਨੂੰ। ਸੱਟਾਂ ਵੀ ਬਹੁਤ ਖਾਧੀਆਂ ਤੇ ਡੀਮੋਟੀਵੇਟ ਵੀ ਲੋਕਾਂ ਨੇ ਬਹੁਤ ਕੀਤਾ। ਅੱਛਾ, ਜਦੋਂ ਅਸੀਂ ਸਟਾਰਟ ਕੀਤਾ ਸੀ ਉਦੋਂ ਬਹੁਤ ਡੀਮੋਟੀਵੇਟ ਕੀਤਾ ਲੋਕਾਂ ਨੇ। ਮੈਨੂੰ ਲੱਗਦਾ ਕਿ ਟਾਈਮ ਜਿਹੜਾ ਹੈ ਨਾ ਉਹ ਸਭ ਕੁਝ ਕਲੀਅਰ ਕਰ ਦਿੰਦਾ। ਜਦੋਂ ਸ਼ੁਰੂ 'ਚ ਅਸੀਂ ਫਾਰਮ ਕੀਤਾ ਸੀ ਤੇ ਲੋਕ ਬਹੁਤ ਹੱਸਦੇ ਸੀ ਸਾਨੂੰ ਦੇਖ ਦੇਖ ਕੇ ਕਿ ਕੀ ਕਰ ਲੈਣਗੇ, ਤੇ ਹੁਣ ਆਪੇ ਹੀ ਸਾਰੇ ਕਈ ਵਾਰੀ ਤਾਂ ਕੋਈ ਸਲਾਹ ਵੀ ਲੈਣ ਆਉਂਦੇ ਨੇ, ਕੋਈ ਪ੍ਰੋਬਲਮ ਹੋ ਜਾਏ ਕਿਸੇ ਦੇ ਪਸ਼ੂ ਨੂੰ। ਤੇ ਹੁਣ ਇਹਨਾਂ ਗਾਵਾਂ ਦੀ ਵੀ ਨਵੀਂ ਬਰੀਡ 1-2 ਜਿਹੜੀ ਡੈਨਮਾਰਕ ਦੀਆਂ ਵੱਛੀਆਂ ਉਹ ਮੈਂ ਤਿਆਰ ਕਰ ਰਹੀ ਹਾਂ। ਮੈਂ ਤਾਂ ਇਹ ਕਹਿੰਦੀ ਹਾਂ ਕਿ ਲੋਕੀ ਕਹਿੰਦੇ ਕਿ ਪੰਜਾਬ ਕਰਜ਼ਾਈ ਹੋ ਗਿਆ ਤੇ ਬਾਹਰ ਨੂੰ ਭੱਜੋ, ਤੇ ਜੇ ਬਾਹਰ ਜਾ ਕੇ ਵੀ ਇਹੀ ਕੰਮ ਕਰਨੇ ਆ, ਮੈਨੂੰ ਲੱਗਦਾ ਕਿ ਆਪਣੇ ਬੱਚਿਆਂ ਦੇ ਯਾਰ ਆਪਣੇ ਪੇਰੈਂਟਸ ਦੇ ਨਾਲ ਰਹਿ ਕੇ ਹੀ ਆਪਣੀ ਫੈਮਿਲੀ 'ਚ ਨਾ ਜ਼ਮੀਨਾਂ ਵੇਚੋ ਤੇ ਨਾ ਕੁਛ ਇਦਾਂ ਦਾ ਬਾਹਰ ਨੂੰ ਭੱਜੋ। ਤੇ ਸਾਡੇ ਨੇੜੇ ਬੱਕਰੀਆਂ ਲੈ ਕੇ ਫਿਰਦੇ ਹੁੰਦੇ ਸੀ, ਤੇ ਇੱਕ ਮੈਨੂੰ ਬੱਚੇ ਬੜੇ ਪਿਆਰੇ ਲੱਗਦੇ ਸੀ ਇਹਨਾਂ ਦੇ, ਤੇ ਦੂਜਾ ਉੱਥੇ ਵੀ ਸਾਨੂੰ ਕੋਰਸ 'ਚ ਦੱਸਿਆ ਸੀ ਕਿ ਇਹਨਾਂ ਦੀ ਜਿਹੜੇ ਮਿੰਗਣਾ 'ਚ ਨਾ ਨਾਈਟ੍ਰੋਜਨ ਦੀ ਬਹੁਤ ਜ਼ਿਆਦਾ ਹੁੰਦੀ ਹੈ ਉਹ 'ਚ ਕੁਆਂਟੀਟੀ, ਤੇ ਉਹਦੀ ਵਜ੍ਹਾ ਤੋਂ ਕਹਿੰਦੇ ਮਸਟਾਈਟਸ ਨਹੀਂ ਹੁੰਦੀ ਗਾਵਾਂ ਨੂੰ, ਤੇ ਸਾਡੇ 0 ਮਸਟਾਈਟਸ ਹੈ ਫਾਰਮ 'ਚ। ਜਿੰਦੇ ਕੋਲ ਕੁਝ ਨਹੀਂ ਹੈਗਾ ਜਿਹਨੇ ਕੰਮ ਸ਼ੁਰੂ ਕਰਨਾ ਕਿ ਉਹ ਕਰ ਸਕਦਾ ਜਾਂ ਨਹੀਂ? ਦੇਖੋ ਜੀ, ਜੇ ਤਾਂ ਤੁਹਾਨੂੰ ਬੈਂਕ ਕੋਈ ਲੋਨ ਦਿੰਦਾ ਹੈ ਤਾਂ ਚੰਗੀ ਗੱਲ ਹੈ ਵੀ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ, ਕੰਮ ਨੂੰ ਮੈਨੇਜ ਕਰ ਸਕਦੇ ਹੋ। ਜੇ ਤੁਹਾਨੂੰ ਨਹੀਂ ਵੀ ਕੋਈ ਬੈਂਕ ਲੋਨ ਦਿੰਦਾ ਤਾਂ ਤੁਸੀਂ ਬੱਚੀਆਂ ਲੈ ਕੇ ਪਾਲ ਸਕਦੇ ਹੋ ਖੁਦ। ਕੀ ਹਾਲ ਨੇ ਬਾਈ? ਹੋਰ ਠੀਕ ਠਾਕ? ਅਸੀਂ ਉੱਥੇ ਆ ਗਏ ਸੀ ਪਹਿਲਾਂ ਪਿੰਡ ਦੇ ਬਾਹਰ ਹੀ, ਪੁੱਛ ਕੇ ਆਏ ਆ। ਅੱਛਾ, ਤੁਸੀਂ ਫਿਰ ਲੋਕੇਸ਼ਨ ਤੇ ਸਹੀ ਨਹੀਂ ਦੱਸਿਆ ਉਹਨੇ ਜਿਹੜੀ ਹਾਂ, ਭੇਜੀ ਦੀ ਮੈਂ ਤੁਹਾਨੂੰ। ਉਹ ਪਿਛਲੇ ਪਾਸੇ ਦੱਸ ਰਹੀ ਹੈ ਨਹਿਰ ਦੇ ਉਧਰਲੇ ਪਾਸੇ ਅਸੀਂ ਪੁੱਠੇ ਰਾਹ ਵੀ ਆ ਗਏ ਸੀ। ਉਹ ਲੇਜਦਾ ਹੀ ਗੂਗਲ ਉਧਰਲੀ ਸਾਈਡ ਹੈ ਨਾ। ਹਾਂ ਹਾਂ, ਮਨੌਲੀ ਸੂਰਤ ਭੇਜਿਆ ਸੀ ਮੈਂ ਤੁਹਾਨੂੰ, ਕੰਸਾਲਾ ਸੀ। ਹੰਸਾਲਾ ਸੀ। ਹਾਂ, ਫਿਰ ਮਨੌਲੀ ਸੂਰਤ ਨਹੀਂ ਭੇਜਿਆ ਤਾਂ ਕਰਕੇ ਹੋ ਗਿਆ ਨਾ। ਪਾਣੀ ਕੋਈ ਨਹੀਂ, ਪਾਣੀ ਪੀ ਲੈਂਦੇ ਵਰਿੰਦਰ, ਨਾਲੇ ਬਾਈ ਦੇ ਆਲਾ ਦੀ ਨਾਲੇ ਪਾਣੀ ਪੀ ਲੈਂਦੇ ਆਪਾਂ। ਹਾਂਜੀ ਬਾਈ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਕਹਿ ਦਈਏ ਵੀ ਬੜਾ ਵਧੀਆ ਲੱਗਿਆ ਤੁਹਾਨੂੰ ਵੇਖ ਕੇ ਵੀ, ਪਰ ਪਿੰਡ ਭਾਲਣ ਦੇ ਵਿੱਚ ਥੋੜਾ ਜਿਹਾ ਸਾਨੂੰ ਔਖਾ ਲੱਗਿਆ, ਤੇ ਚਲੋ ਕੋਈ ਵੱਡੀ ਗੱਲ ਨਹੀਂ। ਤੇ ਸਭ ਤੋਂ ਪਹਿਲਾਂ ਬਈ ਆਪਾਂ ਇਹੀ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਬਾਰੇ ਵੀ ਕਿ ਆਪਾਂ ਜ਼ਮੀਨ ਆਪਣੀ ਖੇਤੀਬਾੜੀ ਕਰਦੇ ਆਪਾਂ ਪਹਿਲਾਂ ਸ਼ੁਰੂ ਤੋਂ? ਆਪਣੀ ਖੇਤੀਬਾੜੀ ਹੈ, ਹਾਂ ਜੀ। ਅੱਛਾ, ਆਪਾਂ ਤੁਰਕੇ ਦੇ ਵਿੱਚ ਮੜੀ ਗੱਲਬਾਤ ਹੌਲੀ ਹੌਲੀ ਕਰਦੇ ਹਾਂ। ਅੱਛਾ, ਕਿੰਨੀ ਕੁ ਜ਼ਮੀਨ ਹੈ? ਜ਼ਮੀਨ ਆਪਣੇ ਕੋਲ ਹੈਗੀ ਹੈ ਜੀ 5 ਕਿੱਲੇ। ਅੱਛਾ, ਹਾਂਜੀ। ਤੇ ਫਿਰ ਤੁਸੀਂ ਇਹ ਕਿਵੇਂ ਸੋਚਿਆ ਵੀ ਆਪਾਂ ਪਸ਼ੂ ਪਾਲ ਲਈਏ, ਡੈਰੀ ਦਾ ਕਰ ਲਈਏ? ਇਹ ਬਸ ਸਾਡੇ ਉਰੇ ਪਹਿਲਾਂ ਮਾਈਨਿੰਗ ਹੁੰਦੀ ਸੀ, ਪਹਿਲਾਂ ਕੀਤਾ ਸਾਡਾ ਉਹ ਸੀ, ਫਿਰ ਸਰਕਾਰ ਨੇ ਬੈਨ ਕਰਤਾ ਉਹ। ਫਿਰ ਸਾਨੂੰ ਕੋਈ ਸੋਚਣਾ ਪਿਆ ਵੀ ਕੀਤਾ ਤਾਂ ਕੋਈ ਸ਼ੁਰੂ ਕਰਨਾ ਹੀ ਪੈਣਾ ਆਪਾਂ ਨੂੰ, ਹਨਾ। ਫਿਰ ਡੈਰੀ ਫਾਰਮ ਦਾ ਵੀ ਆਪਾਂ ਨੇ ਪਹਿਲਾਂ ਕੀਤਾ ਕਰਦੇ ਇਹਦੇ ਵੀ ਇਹ ਕੀਤਾ ਆਪਾਂ ਨੂੰ ਸਹੀ ਲੱਗਿਆ। ਕਦੋਂ ਕਰਦੇ ਸੀ ਪਹਿਲਾਂ? ਪਹਿਲਾਂ 5-4 ਡੰਗਰ ਮਤਲਬ ਰੱਖੇ ਹੀ ਹੁੰਦੇ ਆ ਘਰੇ ਹੁੰਦੇ ਸੀਗੇ? ਹਾਂ, ਸਾਰਿਆਂ ਦੇ ਹੁੰਦੇ ਹੀ ਆ ਜ਼ਿਮੀਂਦਾਰਾਂ ਦੇ। ਕਿਹੜੇ ਡੰਗਰ ਹੁੰਦੇ ਸੀ ਤੁਹਾਡੇ ਪਹਿਲਾਂ? ਜਿਵੇਂ ਆਪਾਂ ਮੈਸਾਂ ਰੱਖਦੇ ਆ, ਮੱਝਾਂ ਜਿਹਨੂੰ ਕਹਿੰਦੇ ਆ, ਤੇ ਆਪਾਂ ਪਹਿਲਾਂ 3 ਮੱਝਾਂ ਸੀ, 2 ਗਾਵਾਂ ਸੀ ਪਹਿਲਾਂ ਆਪਣੇ ਕੋਲ। ਕਿਹੜੀਆਂ ਗਾਵਾਂ, ਅਮਰੀਕਨ ਜਾਂ ਦੇਸੀ? ਗਾਵਾਂ ਆਪਣੇ ਕੋਲ 2 ਗਲੀਆਂ ਸੀ ਜੀ। ਅੱਛਾ,
ਫਿਰ ਮੁਕੰਮਲ ਇਦਾਂ ਕਿਤੇ ਸੋਚ ਲਿਆ ਤੁਸੀਂ ਵੀ ਆਪਾਂ ਡੈਰੀ ਪਾਲਣ ਦਾ ਹੀ ਕਰ ਲਈਏ? ਬਸ ਫਿਰ ਸੋਚ ਕੇ ਦੇਖਿਆ ਵੀ ਇਹ ਕੰਮ ਆਪਣੇ ਜ਼ਿਮੀਂਦਾਰਾਂ ਦੇ ਸੂਟ ਵੀ ਕਰਦਾ ਹੈ ਕੰਮ ਆਪਾਂ ਨੂੰ। ਜੇ ਆਪਾਂ ਹੋਰ ਕਿਤੇ ਵੱਲ ਜਾਂਦੇ ਆ ਤਾਂ ਆਪਾਂ ਨੂੰ ਇਨਵੈਸਟਮੈਂਟ ਵੀ ਕਰਨੀ ਪੈਂਦੀ ਹੈ, ਫਿਰ ਦੁਕਾਨਦਾਰੀ 'ਚ ਬੈਠਣਾ ਪੈਂਦਾ ਬਈ ਹੈ। ਇਨਵੈਸਟਮੈਂਟ ਤਾਂ ਇਹ 'ਚ ਵੀ ਖਾਸੀ ਹੋ ਜਾਂਦੀ ਹੈ ਯਾਰ। ਇਨਵੈਸਟਮੈਂਟ ਤਾਂ ਹੁੰਦੀ ਹੈ, ਪਰ ਇਸ 'ਚ ਗਵਰਨਮੈਂਟ ਵੀ ਆਪਾਂ ਨੂੰ ਸਹਿਯੋਗ ਕਰਦੀ ਹੈ ਨਾ। ਅੱਛਾ। ਇਸ 'ਚ ਮੈਂ ਆਪਣੀ ਵਾਈਫ ਨੂੰ ਕਰਾਇਆ ਸੀ ਕੋਰਸ, ਉਹਨੂੰ ਫਿਰ ਸਬਸਿਡੀ ਤੇ 50% ਤੇ ਹੋਇਆ ਸੀ ਸਾਡਾ। ਅੱਛਾ, ਆਹ ਤੁਸੀਂ ਗੱਲ ਨਾ, ਕਿਉਂਕਿ ਆਪਣੇ ਬਹੁਤ ਸਾਰੇ ਜਿਹੜੇ ਲੋਕ ਆ ਇਹ ਸਮਝਣਾ ਚਾਹੁੰਦੇ ਹੋਣਗੇ, ਤੁਸੀਂ ਤਾਂ ਤਜਰਬਾ ਕੀਤਾ ਇਹ ਕਿਸ ਹਿਸਾਬ ਨਾਲ, ਜੇ ਕੋਈ ਆਮ ਬੰਦਾ ਹੈ ਉਹਨੂੰ ਜੇ ਕਰਾਉਣਾ ਚਾਹੇ, ਮੰਨ ਕੇ ਚੱਲੋ ਜ਼ਮੀਨ ਵੀ ਹੈ ਨਹੀਂ, ਉਹਦਾ ਹੋ ਜਾਂਦਾ? ਹਾਂਜੀ, ਜਿਸ ਦਾ ਜ਼ਮੀਨ ਹੈ ਨਹੀਂ ਉਸ ਦਾ ਮਤਲਬ ਛੋਟੇ ਲੈਵਲ ਤੇ ਪ੍ਰੋਜੈਕਟ ਹੋ ਜਾਂਦਾ ਹੈ। ਅੱਛਾ। ਜੇ ਇਹਨੂੰ 5 ਲੱਖ ਦਾ ਲੋਨ ਕਰਾਉਣਾ ਚਾਹੇ ਤਾਂ ਮਿਲ ਜਾਂਦਾ ਉਹਨੂੰ 5 ਲੱਖ ਦਾ ਲੋਨ। ਹਾਂਜੀ। ਅੱਛਾ, ਤੇ ਉਹਦਾ ਕੀ ਹਿਸਾਬ ਕਿਤਾਬ ਹੁੰਦਾ? ਉਹਨੂੰ ਮਹਿਕਮੇ ਵੱਲੋਂ ਟ੍ਰੇਨਿੰਗ ਲੈਣੀ ਪੈਂਦੀ ਹੈ 15 ਦਿਨਾਂ ਦੀ। ਕਿਹੜੇ ਮਹਿਕਮੇ ਵੱਲੋਂ? ਪਸ਼ੂ ਪਾਲਣ ਵਿਭਾਗ ਵੱਲੋਂ। ਅੱਛਾ। ਫਿਰ ਪਸ਼ੂ ਪਾਲਣ ਵਿਭਾਗ ਰეკਮੈਂਡ ਕਰਦਾ ਹੈ ਬੈਂਕ ਨੂੰ ਵੀ ਇਹ ਬੰਦਾ ਸਾਡੇ ਤੋਂ ਟ੍ਰੇਨਿੰਗ ਕਰਕੇ ਆਇਆ ਹੈ, ਹਾਂ, ਵੀ ਇਹਨੂੰ ਲੋਨ ਦਿੱਤਾ ਜਾਏ। ਉਹ ਬੰਦਾ ਫਿਰ ਅੱਗੇ ਜਾ ਕੇ ਲੋਨ ਅਪਲਾਈ ਕਰਦਾ ਹੈ। ਫਿਰ ਉਸ ਨੂੰ ਜੇ ਇੰਟਰਸਟਡ ਹੁੰਦਾ ਕੰਮ ਬਾਰੇ, ਇਨਵੈਸਟੀਗੇਸ਼ਨ ਕਰਕੇ ਬੈਂਕ ਲੋਨ ਦੇ ਦਿੰਦਾ ਹੈ ਇਸ ਨੂੰ। ਅੱਛਾ। ਹਾਂਜੀ। ਇਨਵੈਸਟੀਗੇਸ਼ਨ ਮਤਲਬ ਕਿਸ ਤਰੀਕੇ ਦੀ ਹੁੰਦੀ ਹੈ? ਇਨਵੈਸਟੀਗੇਸ਼ਨ ਬੈਂਕ ਵਾਲੇ, ਹੁਣ ਤੁਹਾਨੂੰ ਪਤਾ ਹੀ ਹੈ ਜਿੱਦਾਂ ਟ੍ਰੇਨਿੰਗ ਹੁੰਦੀ ਹੈ ਸਭ ਦੀ, ਬੈਂਕ ਵਾਲੇ ਦੇਖ ਲੈਂਦੇ ਆ ਇਹ ਬੰਦਾ ਕੰਮ ਕਰਨ ਵਾਲਾ ਹੈ। ਅੱਛਾ। ਇਹ ਬੰਦਾ ਨਹੀਂ ਕੰਮ ਕਰਨ ਵਾਲਾ, ਉਹ ਦੇਖ ਕੇ ਆਪਣਾ ਫਿਰ ਉਹਨੂੰ ਦੇ ਦਿੰਦੇ ਆ ਲੋਨ, ਜੇ ਬੰਦਾ ਇੰਟਰਸਟਡ ਹੋਏ। ਕਿੰਨਾ ਲੋਨ ਕਿੰਨਾ ਕੁ ਦਿੰਦੇ ਆ ਉਹ? ਲੋਨ ਉਹ ਬਾਈ ਜੀ ਤੁਹਾਡੀ ਡੰਗਰਾਂ ਦੀ ਉਸ 'ਤੇ ਹੈ ਵੀ ਕਿੰਨੇ ਡੰਗਰ ਤੁਸੀਂ ਰੱਖਣੇ ਆ। ਜੇ ਤੁਸੀਂ ਉਹਨਾਂ ਨੂੰ ਰਿਕੁਆਇਰਮੈਂਟ ਦਿੰਦੇ ਆ ਵੀ ਸਾਨੂੰ 10 ਡੰਗਰ ਰੱਖਣੇ ਆ, 50,000 ਉਸ ਟਾਈਮ ਸਾਡੇ ਟਾਈਮ ਹੁੰਦੀ ਸੀ 60,000 ਵੈਲਿਊ ਗਾਂ ਦੀ, ਤੇ ਉਹ ਉਸ ਦੇ ਹਿਸਾਬ ਨਾਲ ਲੋਨ ਦੇ ਦਿੰਦਾ 10 ਗਾਵਾਂ ਦਾ। ਜਿੱਦਾਂ 6 ਲੱਖ ਬਣ ਗਿਆ, 10% ਤੁਸੀਂ ਆਪ ਮਤਲਬ ਇਨਵੈਸਟ ਕਰਨਾ ਹੈ, 90% ਬੈਂਕ ਤੁਹਾਨੂੰ ਦੇਗਾ। ਇਸ ਹਿਸਾਬ ਨਾਲ ਲੋਨ ਹੋ ਜਾਂਦਾ। ਅੱਛਾ, ਮਤਲਬ ਜੇ ਤੁਸੀਂ ਇਹ 5 ਲੱਖ ਦਾ ਜਿਹੜਾ ਤੁਸੀਂ ਕੀਤਾ ਉਹਦੇ ਚੋਂ 90% ਬੈਂਕ ਨੇ ਦਿੱਤਾ? 90% ਬੈਂਕ ਨੇ। ਅੱਛਾ, 5 ਲੱਖ ਦੇ ਵਿੱਚ ਇਹ ਸਾਰਾ ਪ੍ਰੋਜੈਕਟ ਹੋ ਗਿਆ? ਨਹੀਂ, ਆਪਣਾ ਤਾਂ ਵੱਡਾ ਹੈ, ਆਪਣਾ ਤਾਂ 16 ਲੱਖ ਦਾ ਪ੍ਰੋਜੈਕਟ ਹੈ। ਅੱਛਾ। ਆਪਣਾ 6 ਲੱਖ ਰੁਪਇਆ ਸੈੱਟ ਦਾ ਸੀ, 10 ਲੱਖ ਰੁਪਇਆ ਗਾਵਾਂ ਦਾ ਸੀ। ਜੇ ਮਤਲਬ ਆਪਣਾ 16 ਲੱਖ ਦਾ ਹੋਇਆ ਸੀ, 16 ਚੋਂ 15 ਲੱਖ ਆਪਾਂ ਨੇ ਮਤਲਬ ਬੈਂਕ ਨੇ ਕਰਨਾ ਸੀ, ਆਪਾਂ ਨੂੰ ਲੱਖ ਰੁਪਇਆ ਆਪਾਂ ਨੇ 10% ਦੇ ਹਿਸਾਬ ਨਾਲ ਜਿੱਦਾਂ ਹੀ ਬਣਦੀ ਹੈ ਸਿਸਟਮ। ਅੱਛਾ, ਤੇ ਫਿਰ ਤੁਸੀਂ ਕਿਹੜੀਆਂ ਦੇਸੀ ਗਾਵਾਂ ਕਿਉਂ ਨਹੀਂ ਰੱਖਣੀ ਸੋਚੀ ਤੁਸੀਂ? ਦੇਸੀ ਗਾਵਾਂ ਦਾ ਬਾਈ ਜੀ ਮੈਂ HF ਦਾ ਹੀ ਕਰਾਇਆ ਸੀ। ਇਹ ਹੁੰਦੀਆਂ ਤਾਂ ਦੋਗਲੀਆਂ ਆ ਜਿਹੜੀਆਂ ਪਿਓਰ ਅਮਰੀਕਨ ਗਾਵਾਂ, ਉਹਦਾ ਸਿਸਟਮ ਹੁੰਦਾ ਹੀ ਨਹੀਂ ਨਾ ਹੈ। ਅੱਛਾ। ਉਹ ਤਾਂ ਕ੍ਰੋਸ ਕਰਕੇ ਇਹਨਾਂ ਨੇ ਮਤਲਬ ਅੱਗੇ ਬਰੀਡ ਬਣਾਈ ਹੁੰਦੀ ਹੈ। ਅੱਛਾ। ਹਾਂ, ਤੇ ਕੁਝ ਜਿਹੜੀਆਂ ਇਹ ਗਾਵਾਂ HF ਇਹ ਦੁੱਧ ਵੀ ਵੱਧ ਦਿੰਦੀਆਂ ਹੈ। ਇਸ ਚੱਕਰ 'ਚ ਮਤਲਬ ਦੇਸੀ ਗਾਵਾਂ ਦੀ ਮਾਰਕੀਟਿੰਗ ਇੰਨੀ ਦੁੱਧ ਦੀ ਨਹੀਂ ਬਣ ਪਾਉਂਦੀ। ਪਰ ਉਹਦਾ ਬਈ ਰੇਟ ਵੀ ਜ਼ਿਆਦਾ ਹੈ ਦੁੱਧ ਦਾ? ਰੇਟ ਉਹਦਾ ਜ਼ਿਆਦਾ ਹੈ ਜੀ। ਜੇ ਆਪਾਂ ਨੇ ਮਤਲਬ ਕੰਮ ਕਰਨਾ ਹੈ ਵੱਡੇ ਲੈਵਲ ਤੇ, ਫਿਰ ਆਪਾਂ ਨੂੰ ਫਾਰਮ ਲੈਵਲ ਤੇ ਸੋਚਣਾ ਪੈਂਦਾ ਹੈ ਵੀ ਆਪਾਂ ਨੂੰ 10 ਦਿਨਾਂ ਬਾਅਦ ਪੇਮੈਂਟ ਆ ਜਾਏ। ਕਿਉਂਕਿ ਜੇ ਆਪਾਂ ਕਿਤੇ ਬਾਹਰ ਕਰਦੇ ਹਾਂ ਟਰਾਈ, ਤਾਂ ਉੱਥੇ ਕੁਝ ਪੈਸੇ ਮਰਨ ਦਾ ਡਰ ਹੁੰਦਾ ਹੈ, ਕੁਝ ਇਹ ਹੁੰਦਾ ਵੀ ਆਪਾਂ ਨੂੰ ਵੀ ਉਸ ਸਹੀ ਸਮੇਂ ਤੇ ਪੇਮੈਂਟ ਨਹੀਂ ਮਿਲਦੀ, ਤਾਂ ਉਸ 'ਚ ਫਾਰਮ ਦੇ ਖਰਚੇ ਨਹੀਂ ਚਲਾ ਸਕਦਾ ਬੰਦਾ। ਜਿਹੜੀ 10 ਦਿਨਾਂ ਬਾਅਦ ਪੇਮੈਂਟ ਮਿਲ ਜਾਂਦੀ ਹੈ, ਉਸ ਦੇ ਨਾਲ ਸਿਸਟਮ ਸਹੀ ਆ ਜਾਂਦਾ ਸਾਰਾ। ਬਿਲਕੁਲ। ਹਾਂਜੀ। ਇੱਥੇ ਤੁਸੀਂ ਫਿਰ ਦੁੱਧ ਕਿਹਨੂੰ ਪਾਉਣੇ ਹੋ? ਦੁੱਧ ਵੇਰਕਾ ਨੂੰ ਕਰਦੇ ਹਾਂ ਜੀ ਅਸੀਂ ਸਪਲਾਈ। ਸਾਰਾ ਕਿੰਨਾ ਕੁ ਹੋ ਜਾਂਦਾ ਆਪਣਾ ਦੁੱਧ? ਇਸ ਟਾਈਮ 2.5 ਕੁਆਂਟਲ ਚੱਲ ਰਿਹਾ ਜੀ। ਵੈਸੇ ਸਿਆਲਾਂ 'ਚ 3.5 ਦੇ ਕਰੀਬ ਹੋ ਜਾਂਦਾ। ਕਿੰਨੇ ਪਸ਼ੂ ਆ ਸਾਰੇ ਆਪਣੇ? ਆਪਣਾ 20 ਤੋਂ ਸ਼ੁਰੂ ਕੀਤਾ ਸੀ ਜੀ। ਅੱਛਾ। ਹਾਂਜੀ। ਹੁਣ ਫਿਰ ਕਿੰਨੇ? ਹੁਣ ਮਿਲਕਿੰਗ ਤੇ ਆਪਣੇ ਕੋਲ 15 ਪਸ਼ੂ ਹੈ ਜੀ, ਬਾਕੀ ਡਰਾਈ ਤੇ ਕੁਝ ਡਰਾਈ ਤੇ ਗਏ ਹੋਏ ਆ। ਅੱਗੇ ਪਿੱਛੇ ਸੁਣਦੇ ਰਹਿੰਦੇ ਆ ਬਸ। ਅੱਛਾ। ਹਾਂ, ਠੀਕ ਹੈ। ਜਦੋਂ ਆਪਾਂ ਸ਼ੁਰੂ ਕਰਦੇ ਆ ਉਸ ਟਾਈਮ ਸਾਰੇ ਹੀ ਮਿਲਕਿੰਗ ਤੇ ਹੁੰਦੇ ਆ ਪਸ਼ੂ। ਜਦੋਂ ਆਪਾਂ ਮਤਲਬ ਟਾਈਮ ਹੋ ਜਾਂਦਾ, ਫਿਰ ਕੁਝ ਸੂ ਜਾਂਦੇ ਆ ਵਿੱਚ, ਕੁਝ ਡਰਾਈ ਪੀਰੀਅਡ 'ਚ ਚਲੇ ਜਾਂਦੇ ਆ। ਬਿਲਕੁਲ। ਤੇ ਇਹਨਾਂ ਦਾ ਟੀਕੇ ਟੂਕੇ ਦਾ ਕਿਵੇਂ ਕਰਦੇ ਹੋ? ਕਈ ਵਾਰ ਕੋਈ ਬਿਮਾਰੀ ਠਮਾਰੀ ਦਾ? ਬਿਮਾਰੀ ਦੇ ਟੀਕੇ ਲਾਉਂਦਾ ਹੈ ਜੀ ਮਹਿਕਮਾ,
ਆ ਕੇ ਮਹਿਕਮੇ ਲਾਉਂਦਾ? ਮਹਿਕਮਾ ਲਾਈ ਜਾਂਦਾ ਕੁਛ ਆਪਾਂ ਮਤਲਬ ਜਿਹੜੇ ਸੀਜ਼ਨਲ ਟੀਕੇ ਹੁੰਦੇ ਆ, ਹਾਂਜੀ ਹਾਂਜੀ, ਮੂੰਹ ਖੁਰਦੇ ਹੋ ਗਏ, ਗਲ ਘੋਟੂ ਦੇ ਹੋ ਗਏ, ਬਾਕੀ ਅਸੀਂ ਆਪ ਦੇਖੀ ਜਾਂਦੇ ਆ ਵੀ ਕਿਹੜਾ ਪਸ਼ੂ ਸਾਨੂੰ ਪਤਾ ਲੱਗ ਜਾਂਦਾ ਵੀ ਅੱਜ ਇਸ ਪਸ਼ੂ ਨੇ ਹੁਣ ਜਿੱਦਾਂ ਹੁਣ ਕੱਖਾਂ ਦੇ ਛੱਡੇ ਹੋਏ ਆ ਅਸੀਂ ਵੀ ਇਹਨਾਂ ਨੇ ਪੱਠੇ ਨਹੀਂ ਖਾਧੇ, ਸਾਨੂੰ ਪਤਾ ਲੱਗ ਜਾਂਦਾ ਵੀ ਇਹਨੂੰ ਪ੍ਰੋਬਲਮ ਹੈ। ਉਹ ਫਿਰ ਅਸੀਂ ਟੀਕੇ ਮੌਕੇ ਤੇ ਰੱਖੇ ਹੋਏ ਆ, ਅਸੀਂ ਉਹ ਲਾ ਦਿੰਦੇ ਆ ਇਹਨਾਂ ਦੇ। ਡਾਕਟਰ ਦੀ ਵੇਟ ਨਹੀਂ ਕਰਦੇ। ਡਾਕਟਰ ਨੂੰ ਅਸੀਂ 5-4-6 ਸਾਲ ਹੋ ਗਏ ਆਪਣੇ ਫਾਰਮ ਤੇ ਅਸੀਂ ਬੁਲਾਇਆ ਨਹੀਂ। ਤਕਰੀਬਨ ਕੋਈ ਬਹੁਤਾ ਹੀ ਸੀਰੀਅਸ ਕੇਸ ਹੋ ਜੇ ਉਦੋਂ ਬੁਲਾਉਂਦੇ ਆ, ਨਹੀਂ ਅਸੀਂ ਆਪੇ ਕਰ ਲੈਂਦੇ ਆ ਕੇਅਰ। ਇਹ ਜਿਹੜਾ ਤੁਸੀਂ ਦੱਸਿਆ ਮੈਨੂੰ ਸ਼ੁਰੂ ਤੋਂ ਵੀ ਤੁਸੀਂ ਟ੍ਰੇਨਿੰਗ ਲੈਤੀ ਪਸ਼ੂ ਪਾਲਣ ਵਾਲੇ ਜਿਹੜਾ ਮਹਿਕਮਾ ਉਹਦੇ ਤੋਂ, ਹਾਂਜੀ, ਤੇ ਫਿਰ ਉਹਦੇ ਤੋਂ ਲੋਨ ਫੇਰ ਹੀ ਹੁੰਦਾ। ਇਹ ਜਿਹੜਾ ਲੋਨ ਕਰਨ ਵਾਲਾ ਜਿਹੜਾ ਉਹ ਹੈਗਾ ਉਹ ਕਿਹੜੀ ਬੈਂਕ ਕਰ ਦਿੰਦੀ ਹੈ ਸੌਖਾ ਲੋਨ, ਕਿਉਂਕਿ ਤੁਸੀਂ ਤਾਂ ਕਰਵਾਇਆ ਹੋਇਆ? ਬੈਂਕ ਆਪਾਂ ਨੂੰ ਡੀਲਿੰਗ ਦੇਖਣੀ ਪੈਂਦੀ ਹੈ ਜੀ ਵੀ ਕਿਹੜੇ ਬੈਂਕ ਨਾਲ ਆਪਣੀ ਡੀਲਿੰਗ ਵਧੀਆ ਹੈ। ਅੱਛਾ, ਉਹ ਹਰੇਕ ਕਰ ਦਿੰਦੀ ਆ? ਉਹ ਤਾਂ ਕਰ ਹਰੇਕ ਦਿੰਦੀ ਹੈ ਜੀ, ਉਹ ਦੇਖਦੀ ਹੈ ਵੀ ਤੁਹਾਡਾ। ਤੁਸੀਂ ਕਿੰਨੀਆਂ ਕੁ ਬੈਂਕਾਂ ਕੋਲ ਗਏ ਸੀ? ਮੇਰਾ ਤਾਂ ਜੀ ਮੈਂ ਤਾਂ ਜਿਸ ਬੈਂਕ ਨਾਲ ਮੇਰੀ ਡੀਲਿੰਗ ਸੀ ਉਸੇ ਬੈਂਕ ਨੇ ਮੇਰਾ ਕਰ ਦਿਆ ਸੀ ਲੋਨ। ਅੱਛਾ, ਹਾਂਜੀ, ਮੈਂ ਇੱਕੇ ਬੈਂਕ ਕੋਲ ਗਿਆ ਸੀ। ਸੌਖਾ ਹੀ ਹੋ ਜਾਂਦਾ? ਨਹੀਂ ਸੌਖਾ ਤਾਂ ਨਹੀਂ ਹੁੰਦਾ ਜੀ, ਗੇੜੇ ਬਹੁਤ ਮਰਵਾਉਂਦਾ ਹੈ ਬੈਂਕ। ਅੱਛਾ, ਉਹ ਦੇਖਦੇ ਆ ਵੀ ਐਕਚੁਅਲ 'ਚ ਬੰਦਾ ਕੰਮ ਕਰੇਗਾ ਕਿ ਬੰਦਾ ਭੱਜਣ ਵਾਲਾ ਹੈ। ਹਾਂ, ਜੇ ਉਹ ਕਹਿੰਦੇ ਆ ਵੀ ਅਸੀਂ 10-20 ਗੇੜੇ ਮਰਵਾਉਂਦੇ ਆ ਜ਼ਰੂਰ ਬੰਦੇ ਦੇ, ਵੀ ਸਾਨੂੰ ਪਤਾ ਲੱਗੇ ਵੀ ਬੰਦੇ ਨੇ ਕੰਮ ਕਰਨਾ ਹੈ ਕਿ ਨਹੀਂ ਕਰਨਾ। ਬਿਲਕੁਲ। ਤੇ ਇਹਦੇ ਚ ਸਾਡਾ ਸਪੈਸ਼ਲ ਸੀ ਨਾਰੀ ਸਸ਼ਸਤਰੀਕਰਨ ਸਕੀਮ ਦੇ ਅੰਡਰ ਨਾ ਮੇਰੀ ਵਾਈਫ ਨੇ ਪਹਿਲਾਂ ਕੀਤਾ, ਅਪਲਾਈ ਕੀਤਾ, ਫਿਰ ਇੰਟਰਵਿਊ ਵੀ ਹੋਈ ਸਾਡੀ ਡੀਸੀ ਦਫ਼ਤਰ 'ਚ। ਅੱਛਾ, ਉਹਨਾਂ ਨੇ ਪਾਸ ਕੀਤਾ ਸਾਨੂੰ ਵੀ ਬੰਦਿਆਂ ਨੇ ਕੰਮ ਕਰਨਾ ਹੈ। ਅੱਛਾ, ਹਾਂ, ਉਹਨਾਂ ਨੇ ਬਕਾਇਦਾ ਪੁੱਛਿਆ ਵੀ ਇੰਨੇ ਮਤਲਬ ਕਿੰਨੀ ਬਰਸੀਨ ਖੇਤ 'ਚ ਆਪਾਂ ਪਾਉਂਦੇ ਆ ਬੀਜ, ਕਿੰਨੇ ਕਿੱਲਿਆਂ ਦਾ ਬੀਜ ਹੁੰਦਾ, ਕਿੰਨਾ ਲੱਗਦਾ ਬਰਸੀਨ ਦਾ, ਉਹ ਬਕਾਇਦਾ ਸਾਹਿਬ ਨੂੰ ਕੁਐਸਚਨ ਪੁੱਛਦੇ ਆ। ਪੂਰੀ ਮਤਲਬ ਤਸੱਲੀ ਕਰਾ ਕੇ ਫਿਰ ਉਹ ਕਰਦੇ? ਹਾਂ, ਪੂਰੀ ਤਸੱਲੀ ਕਰਾ ਕੇ ਫਿਰ ਉਹ ਦੇਖ ਲੈਂਦੇ ਆ ਵੀ ਇਹਨਾਂ ਨੇ ਕਰਨਾ ਕੰਮ। ਅਸੀਂ ਸਟੱਡੀ ਔਰ ਮੈਰਿਜ ਤੋਂ ਬਾਅਦ ਬਿਲਕੁਲ ਫ੍ਰੀ ਸੀ ਤੇ ਖੇਤੀਬਾੜੀ 'ਚ ਇੰਨਾ ਕੁਝ ਹੁੰਦਾ ਨਹੀਂ ਸੀਗਾ। ਕਾਫੀ ਸਾਲ ਇਦਾਂ ਹੀ ਸਟਰਗਲ ਕਰਦੇ ਰਹੇ। ਉਹ ਤੋਂ ਬਾਅਦ ਕਿਸੇ ਨੇ ਸਾਨੂੰ ਬਾਹਰ ਹੀ, ਮੇਰੇ ਹਸਬੈਂਡ ਨੂੰ ਸੁਜੈਸਟ ਕੀਤਾ ਕਿ ਤੁਸੀਂ ਆਹ ਅਪਲਾਈ ਕਰ ਲਓ ਇੱਥੇ ਕੋਰਸ ਵਾਸਤੇ, ਤੇ ਇਦਾਂ ਕਰਕੇ ਲੇਡੀਜ਼ ਦੇ ਨਾਮ ਤੇ 50% ਸਬਸਿਡੀ ਤੇ ਚੱਲਦਾ ਇਹ ਸਕੀਮ, ਤੇ ਮੈਂ ਫਿਰ ਉੱਥੇ ਟ੍ਰੇਨਿੰਗ ਲੈ ਲਈ। ਅੱਛਾ, ਟ੍ਰੇਨਿੰਗ ਕਿੱਥੇ ਲਈ ਸੀ ਸਾਰਾ? ਟ੍ਰੇਨਿੰਗ ਲਈ ਮੈਂ ਉੱਥੇ ਚਤਾਮਲੀ ਪਸ਼ੂ ਪਾਲਣ ਡੇਅਰੀ ਵਿਕਾਸ ਵਿਭਾਗ। ਐਕਚੁਅਲੀ ਪਹਿਲੇ ਸਾਡੇ ਕੋਲ ਮੱਝਾਂ ਸੀਗੀਆਂ। ਹਾਂ, ਇਹ ਦੱਸੋ। ਹਾਂਜੀ, ਤੇ ਮੱਝਾਂ ਉਹ ਥੋੜਾ ਜਿਹਾ ਉਹਨਾਂ ਦਾ ਮਿਲਕਿੰਗ ਪੀਰੀਅਡ ਘੱਟ ਹੁੰਦਾ ਤੇ ਉਹ ਡਰਾਈ ਜ਼ਿਆਦਾ ਰਹਿੰਦੀਆਂ, ਉਹ 'ਚ ਕੁਝ ਹੁੰਦਾ ਨਹੀਂ ਸੀ। ਫਿਰ ਅਸੀਂ ਉੱਦਾਂ ਹੀ ਘਰ ਵਾਸਤੇ 2 ਗਾਵਾਂ ਲੱਤੀਆਂ ਤੇ ਉਹਨਾਂ ਦਾ ਅਸੀਂ ਦੇਖਿਆ ਕਿ ਬਹੁਤ ਵਧੀਆ ਰਿਜ਼ਲਟ ਹੈ ਗਾਵਾਂ ਦਾ, ਤੇ ਫਿਰ ਉਹਨੂੰ ਅਸੀਂ ਜ਼ਿਆਦਾ ਕੁਆਂਟੀਟੀ 'ਚ ਲੈਣ ਬਾਰੇ ਸੋਚਿਆ ਗਾਵਾਂ ਨੂੰ, ਤੇ ਹੌਲੀ ਹੌਲੀ ਇਸ ਪਾਸੇ ਸਾਡਾ ਧਿਆਨ ਹੋ ਗਿਆ ਤੇ ਅਸੀਂ ਸੋਚ ਲਿਆ ਕਿ ਅਸੀਂ ਇਹੀ ਆਪਣਾ ਪ੍ਰੋਫੈਸ਼ਨ ਬਣਾਉਣਾ। ਵੈਸੇ ਮੈਂ ਤਾਂ ਬਹੁਤ ਇੰਜੋਏ ਕਰਦੀ ਹਾਂ ਇਸ ਕੰਮ ਨੂੰ, ਤੇ ਮੈਨੂੰ ਕੋਈ ਪ੍ਰੋਬਲਮ ਵੀ ਨਹੀਂ ਹੈਗੀ ਇਸ ਕੰਮ 'ਚ। ਤੇ ਲੇਬਰ ਵੀ ਮੇਰੇ ਕੋਲ ਨਹੀਂ ਸੀ ਹੁਣ ਤੱਕ, ਤਾਂ 6 ਸਾਲ ਹੋ ਗਏ ਆ। ਤੇ ਇਸ ਵਾਰੀ ਅਸੀਂ ਰੱਖਿਆ ਨੌਕਰ, ਤੇ ਹੁਣ ਤੱਕ ਲੇਬਰ ਨਹੀਂ ਸੀ, ਪਰ ਮੈਂ ਤਾਂ ਬਹੁਤ ਇੰਜੋਏ ਨਾਲ ਕੀਤਾ ਇਸ ਕੰਮ ਨੂੰ। ਸੱਟਾਂ ਵੀ ਬਹੁਤ ਖਾਧੀਆਂ ਤੇ ਡੀਮੋਟੀਵੇਟ ਵੀ ਲੋਕਾਂ ਨੇ ਬਹੁਤ ਕੀਤਾ। ਜਦੋਂ ਅਸੀਂ ਸਟਾਰਟ ਕੀਤਾ ਸੀ ਉਦੋਂ ਬਹੁਤ ਡੀਮੋਟੀਵੇਟ ਕੀਤਾ ਲੋਕਾਂ ਨੇ ਕਿ ਨਹੀਂ ਇਹ 'ਚ ਕੁਛ ਨਹੀਂ ਬਚਦਾ, ਇਹ ਪਰੇਸ਼ਾਨੀ ਹੈ, ਲੇਡੀਜ਼ ਨੂੰ ਪ੍ਰੋਬਲਮ ਹੁੰਦੀ ਆ ਆਹ ਕੰਮ ਕਰਨ 'ਚ, ਇਹ ਹੈ ਉਹ ਹੈ। ਨਹੀਂ, ਪਰ ਮੈਨੂੰ ਨਹੀਂ ਲੱਗਿਆ ਕਿ ਮੈਂ ਪਹਿਲੇ ਦਿਨ ਤੋਂ ਸੋਚ ਲਿਆ ਸੀ ਜਦੋਂ ਮੈਂ ਕੋਰਸ ਕਰਨ ਗਈ ਸੀ ਕਿ ਹਾਂ ਮੈਂ ਕਰਨਾ ਹੀ ਕਰਨਾ। ਪਹਿਲਾਂ ਤਾਂ ਮੈਂ ਦੇਖਣ ਹੀ ਗਈ ਸੀ ਕਿ ਕਿਵੇਂ ਹੁੰਦਾ, ਕਿ ਹੈ ਵੀ ਹੈ ਕੁਛ ਕਿ ਐਵੇਂ ਹੀ ਨਹੀਂ, ਪਰ ਉੱਥੇ ਜਾ ਕੇ ਜੋ ਮੈਂ ਗੱਲਾਂ ਸੁਣੀਆਂ ਉਹਨਾਂ ਦੇ ਬਹੁਤ ਵਧੀਆ ਸਮਝਾਉਂਦੇ ਨੇ ਡਾਕਟਰ ਵੀ, ਤੇ ਇਸ ਡਿਪਾਰਟਮੈਂਟ ਦੇ ਜਿਹੜੇ ਪ੍ਰੋਫੈਸਰਸ ਨੇ, ਤੇ ਬਹੁਤ ਵਧੀਆ ਲੱਗਿਆ ਮੈਨੂੰ। ਤੇ ਮੈਂ ਉਸੇ ਦਿਨ ਤੋਂ ਸੋਚਦਾ ਸੀ ਕਿ ਮੈਂ ਕਰਨਾ ਇਹਨੂੰ ਕੰਮ ਨੂੰ। ਉਹ ਦੱਸੋ। ਹਾਂ, ਮੈਨੂੰ ਸਾਰੇ ਕਹਿੰਦੇ ਆ, ਮਤਲਬ ਸਟਾਰਟਿੰਗ ਤੋਂ ਜਿਹੜੀ ਉਹ ਇਦਾਂ ਦੇ ਹੁੰਦੇ ਆ ਨਾ ਲੋਕ, ਉਹ ਉਦਾਂ ਦੇ ਹੀ ਰਹਿੰਦੇ ਆ, ਉਹਨਾਂ ਦੀ ਥਿੰਕਿੰਗ ਚੇਂਜ ਨਹੀਂ ਹੁੰਦੀ। ਤੇ ਉਹ ਮੈਨੂੰ ਹੁਣ ਵੀ ਇਹੀ ਕਹਿੰਦੇ ਕਿ ਗੋਹੇ 'ਚ ਪਾਗਲ ਹੋਈ ਫਿਰਦੀ ਹੈ। ਅੱਛਾ, ਕਿ ਨਹੀਂ ਇਹਨੇ ਪੜ੍ਹ ਲਿਖ ਕੇ ਕਿਹੜਾ ਕੰਮ ਕੀਤਾ ਹੈ, ਕਿਆ ਬਣੀ ਫਿਰਦੀ ਹੈ, ਇਹਦੀ ਸ਼ਕਲ ਸੂਰਤ ਕੀ ਹੋ ਗਈ, ਫਲਾਣਾ ਇਹ ਉਹ। ਪਰ ਮੈਂ ਹੁਣ ਵੈਸੇ ਸੋਸ਼ਲੀ ਜਾਣਾ ਘੱਟ ਹੀ ਕੀਤਾ ਹੋਇਆ। ਮੇਰਾ ਤਾਂ ਇੱਕੋ ਹੀ ਮੋਟਿਵ ਹੈ ਕਿ ਸਵੇਰੇ 3-3:30 ਤੋਂ ਫਾਰਮ ਤੇ ਰਾਤ ਤੱਕ 9 ਵਜੇ ਤੱਕ। ਹਾਂਜੀ, ਮੈਂ ਸੋਸ਼ਲੀ ਐਡਾ ਜਾਂਦੀ ਨਹੀਂ, ਪਰ ਮੈਨੂੰ ਜੋ ਕੋਈ ਕਹਿੰਦਾ ਤਾਂ ਮੈਂ ਕੁਝ ਕਹਿੰਦੀ ਨਹੀਂ ਅੱਗੋਂ। ਹਾਂ, ਇਹ ਕਿਉਂਕਿ ਬਹਿਸ ਮੇਰੇ ਤੋਂ ਹੁੰਦੀ ਨਹੀਂ ਕਿਸੇ ਨਾਲ, ਤੇ ਮੈਨੂੰ ਲੱਗਦਾ ਕਿ ਟਾਈਮ ਜਿਹੜਾ ਹੈ ਨਾ ਉਹ ਸਭ ਕੁਝ ਕਲੀਅਰ ਕਰ ਦਿੰਦਾ। ਜਦੋਂ ਸ਼ੁਰੂ 'ਚ ਅਸੀਂ ਫਾਰਮ ਕੀਤਾ ਸੀ ਤੇ ਲੋਕ ਬਹੁਤ ਹੱਸਦੇ ਸੀ ਸਾਨੂੰ ਦੇਖ ਦੇਖ ਕੇ ਕਿ ਕੀ ਕਰ ਲੈਣਗੇ, ਤੇ ਹੁਣ ਆਪੇ ਹੀ ਸਾਰੇ, ਕਈ ਵਾਰੀ ਤਾਂ ਕੋਈ
ਸਲਾਹ ਵੀ ਲੈਣ ਆਉਂਦੇ ਨੇ, ਕੋਈ ਪ੍ਰੋਬਲਮ ਹੋ ਜਾਏ ਕਿਸੇ ਦੇ ਪਸ਼ੂ ਨੂੰ, ਮੈਡੀਸਨ ਵੀ ਪੁੱਛਣ ਆਉਂਦੇ ਨੇ। ਥੋੜੀ ਥਿੰਕਿੰਗ ਚੇਂਜ ਹੋ ਰਹੀ ਹੈ ਲੋਕਾਂ ਦੀ। ਹਾਂ, ਤੇ ਮੈਂ ਆਪਣਾ ਵੈਸੇ ਪਰਸਨਲੀ ਕਿਸੇ ਨੂੰ ਕੋਈ ਵਿਊ ਨਹੀਂ ਦਿੰਦੀ ਇਸ ਬਾਰੇ, ਕਿਉਂਕਿ ਉਹ ਲੋਕੀ ਮਜ਼ਾਕ ਕਰਦੇ ਆ ਪਿੰਡਾਂ 'ਚ। ਸਾਡੇ ਕੋਲ ਇੱਕ ਮੱਝ ਮੈਂ ਰੱਖ ਲਈ ਸੀ ਜਦੋਂ ਗਾਵਾਂ ਦਾ ਅਸੀਂ ਕੀਤਾ ਸੀ, ਤੇ ਇੱਕ ਤਾਂ ਮੈਨੂੰ ਇਹਨਾਂ ਦਾ ਡਿਵੈਲਪ ਕਰਨਾ। ਇਹ ਮੇਰੇ ਕੋਲ 2 ਕੱਟੀਆਂ ਹੋ ਗਈਆਂ, ਇਹ 18 ਮਹੀਨੇ ਦੀ ਕੱਟੀ ਹੈ। ਹਾਂਜੀ, ਇਹ ਆਈ ਇਹਦੀ ਹੋ ਚੁੱਕੀ। ਤੇ ਹੁਣ ਇਹਨਾਂ ਗਾਵਾਂ ਦੀ ਵੀ ਨਵੀਂ ਬਰੀਡ 1-2 ਜਿਹੜੀ ਡੈਨਮਾਰਕ ਦੀਆਂ ਵੱਛੀਆਂ ਉਹ ਮੈਂ ਤਿਆਰ ਕਰ ਰਹੀ ਹਾਂ। ਹਾਂਜੀ, ਤੇ ਮੇਰੀ ਤਾਂ ਇਸੇ 'ਚ ਹੈ ਕਿ ਵਧੀਆ ਜਿਹੜੀਆਂ ਨਸਲਾਂ ਉਹ ਤਿਆਰ ਕਰੀਏ ਅਸੀਂ, ਤੇ ਦੁੱਧ ਹੋਰ ਵਧੀਆ ਹੋਵੇ। ਇੱਥੇ ਸਾਡੇ ਨੇੜੇ ਬੱਕਰੀਆਂ ਲੈ ਕੇ ਫਿਰਦੇ ਹੁੰਦੇ ਸੀ, ਤੇ ਇੱਕ ਮੈਨੂੰ ਬੱਚੇ ਬੜੇ ਪਿਆਰੇ ਲੱਗਦੇ ਸੀ ਇਹਨਾਂ ਦੇ, ਤੇ ਦੂਜਾ ਉੱਥੇ ਵੀ ਸਾਨੂੰ ਕੋਰਸ 'ਚ ਦੱਸਿਆ ਸੀ ਕਿ ਇਹਨਾਂ ਦੀ ਜਿਹੜੇ ਮਿੰਗਣਾ 'ਚ ਨਾ ਨਾਈਟ੍ਰੋਜਨ ਦੀ ਬਹੁਤ ਜ਼ਿਆਦਾ ਹੁੰਦੀ ਹੈ ਉਹ 'ਚ ਕੁਆਂਟੀਟੀ, ਤੇ ਉਹਦੀ ਵਜ੍ਹਾ ਤੋਂ ਕਹਿੰਦੇ ਮਸਟਾਈਟਸ ਨਹੀਂ ਹੁੰਦੀ ਗਾਵਾਂ ਨੂੰ, ਤੇ ਸਾਡੇ 0 ਮਸਟਾਈਟਸ ਹੈ ਫਾਰਮ 'ਚ। ਅੱਛਾ। ਹਾਂਜੀ, ਤੇ ਮੈਂ ਉਹ ਨਾ ਇਹਨਾਂ 'ਚ ਮਤਲਬ ਉੱਥੋਂ ਸਾਫ਼ ਸਫਾਈ ਕਰਕੇ ਬੱਕਰੀਆਂ ਵਾਲੇ 'ਚੋਂ ਇਹ 'ਚ ਖਿਲਾਰ ਦਿੰਦੇ ਆ ਉਹਨਾਂ ਦਾ ਵੇਸਟੇਜ ਜਿਹੜੀ ਹੈਗੀ ਆ, ਤੇ ਮਸਟਾਈਟਸ ਨਹੀਂ ਸਾਡੇ ਹੁੰਦੀ ਬਿਲਕੁਲ ਵੀ। ਮੈਂ ਤਾਂ ਇਹ ਕਹਿੰਦੀ ਹਾਂ ਕਿ ਲੋਕੀ ਕਹਿੰਦੇ ਆ ਕਿ ਪੰਜਾਬ ਕਰਜ਼ਾਈ ਹੋ ਗਿਆ ਤੇ ਬਾਹਰ ਨੂੰ ਭੱਜੋ, ਤੇ ਜੇ ਬਾਹਰ ਜਾ ਕੇ ਵੀ ਇਹੀ ਕੰਮ ਕਰਨੇ ਆ, ਮੈਨੂੰ ਲੱਗਦਾ ਕਿ ਆਪਣੇ ਬੱਚਿਆਂ ਦੇ ਔਰ ਆਪਣੇ ਪੇਰੈਂਟਸ ਦੇ ਨਾਲ ਰਹਿ ਕੇ ਹੀ ਆਪਣੀ ਫੈਮਿਲੀ 'ਚ ਨਾ ਜ਼ਮੀਨਾਂ ਵੇਚੋ ਤੇ ਨਾ ਕੁਛ ਇਦਾਂ ਦਾ ਬਾਹਰ ਨੂੰ ਭੱਜੋ, ਤੇ ਬਹੁਤ ਵਧੀਆ ਲੱਗਦਾ ਮੈਨੂੰ ਤਾਂ ਜੀ ਆਹ ਕੰਮ। ਤੇ ਕਰੋ, 1-1 2-2 ਪਸ਼ੂ ਜਿਨ੍ਹਾਂ ਦੇ ਹੈਗਾ ਵਧਾਓ, ਇਹਨੂੰ ਕੰਮ ਨੂੰ ਕਰੋ। ਮਤਲਬ ਜਿਹੜੀਆਂ ਬੀਬੀਆਂ ਚਾਹੁੰਦੀਆਂ ਜਾਂ ਜਿਹੜੇ ਆਪਣੇ ਜ਼ਮੀਨਾਂ ਤੋਂ ਬਗੈਰ ਵਾਲੇ ਉਹ ਇਹ ਕੰਮ ਖੋਲ ਸਕਦੇ ਆਰਾਮ ਨਾਲ ਤੁਹਾਡੇ ਹਿਸਾਬ ਨਾਲ? ਹਾਂਜੀ, ਹੈਨਾ। ਇਸ ਕੰਮ 'ਚ ਇੱਕ ਹੋਰ ਵੀ ਹੈ, ਇਨਕਮ ਇਸ ਦੀ ਨਾਲ ਦੀ ਨਾਲ ਸਟਾਰਟ ਹੋ ਜਾਂਦੀ ਹੈ ਕੰਮ 'ਚ। ਜੇ ਤੁਸੀਂ ਇੱਕ ਗਾਂ ਲਈ, ਉਹਦੇ ਇਹ ਹੈ ਵੀ ਤੁਹਾਨੂੰ ਨਾਲ ਦੀ ਨਾਲ 10 ਦਿਨਾਂ ਬਾਅਦ ਪੇਮੈਂਟ ਆਣੀ ਸ਼ੁਰੂ ਹੋ ਗਈ, ਤੇ 6-7 ਮਹੀਨੇ ਦੇ ਵਿੱਚ ਤੁਹਾਨੂੰ ਉਸਦੇ ਪੈਸੇ ਰਿਟਰਨ ਆ ਜਾਂਦੇ ਆ। ਅੱਜ ਦੀ ਡੇਟ 'ਚ ਕੋਈ ਇਹੋ ਜਿਹਾ ਬਿਜ਼ਨਸ ਨਹੀਂ ਜਿਸ 'ਚ ਤੁਸੀਂ ਇਨਵੈਸਟਮੈਂਟ ਪਾਈ ਤੇ ਨਾਲ ਦੀ ਨਾਲ ਤੁਹਾਨੂੰ 6 ਮਹੀਨੇ ਬਾਅਦ ਤੁਹਾਡੀ ਇਨਵੈਸਟਮੈਂਟ ਮਿਲ ਗਈ। ਬਾਕੀ ਅੱਗੇ ਤੁਹਾਡੀ ਹਿੰਮਤ ਹੈ, ਤੁਸੀਂ ਕਿਸ ਤਰ੍ਹਾਂ ਰੱਖ ਰਖਾਓ ਕਰਦੇ ਆ ਉਹਨਾਂ ਦਾ। ਤੁਸੀਂ ਅੱਗੇ ਨੂੰ ਤੁਹਾਡੀ ਗਾਂ ਦਾ ਜਿਹੜਾ ਅਗਲਾ ਸੂਆ ਉਹ ਬਿਲਕੁਲ ਫਰੀ ਹੋ ਜਾਂਦਾ ਹੈ ਜੇ ਬੰਦਾ ਹਿੰਮਤ ਮਾਰੇ। ਬਿਲਕੁਲ। ਤੇ ਇਹ ਤੁਸੀਂ ਪਿੰਡ ਦੇ ਵਿੱਚ ਕਿਸੇ ਨੇ ਹੋਰ ਨਹੀਂ ਤੁਹਾਨੂੰ ਕਿਹਾ ਵੀ ਅਸੀਂ ਵੀ ਕਰਨਾ ਹੈ, ਜਾਂ ਤੁਹਾਡਾ ਤਜਰਬਾ ਜਿਹੜਾ ਹੈਗਾ ਉਹ ਪਿੰਡ ਦੇ ਕਿਸੇ ਨੇ ਸਿੱਖਿਆ ਇਹ ਚੀਜ਼? ਉਹ ਜੀ ਹੁਣ ਹੌਲੀ ਹੌਲੀ ਮਿਹਨਤ ਕਰਨੀ ਪੈਂਦੀ ਹੈ ਕੁਛ ਤਾਂ ਜੀ। ਕੰਮ 'ਚ 3-4 ਬੰਦੇ ਚਾਹੀਦੇ ਆ ਜੀ। ਹਾਂ, ਕੰਮ 'ਚ ਜਿੱਦਾਂ ਮੇਰੇ ਫਾਦਰ ਸਾਹਿਬ ਹੈ, ਮੇਰੀ ਵਾਈਫ ਹੈ, ਮੈਂ ਇਸ ਤਰ੍ਹਾਂ ਪਹਿਲਾਂ ਖੁਦ ਆਪ ਕੰਮ ਕਰਨਾ ਪੈਂਦਾ ਹੈ। ਫੇਰ ਹੁੰਦਾ। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕਰਦਿਆਂ ਨੂੰ? ਸਾਨੂੰ 6 ਸਾਲ ਹੋ ਗਏ ਜੀ। 6 ਸਾਲ। ਹਾਂਜੀ। ਕਿਵੇਂ ਲੱਗਿਆ ਹੁਣ ਤੱਕ? ਖੁਸ਼ ਹੋ ਪੂਰੇ? ਕਿਤੇ ਐਂ ਤਾਂ ਨਹੀਂ ਲੱਗਿਆ ਵੀ ਯਾਰ, ਕਿਉਂਕਿ ਆਪਾਂ ਕੋਈ ਵੀ ਵਪਾਰ ਕਰਦੇ ਆ, ਕੋਈ ਵੀ ਧੰਦਾ ਕਰਦੇ ਆ, ਉਹਦੇ 'ਚੋਂ ਥੋੜੇ ਟਾਈਮ ਬਾਅਦ ਐਂ ਹੋ ਜਾਂਦਾ ਵੀ ਯਾਰ ਗੱਲ ਬਣੀ ਨਹੀਂ। ਤੁਸੀਂ ਕੀ ਕਹਿੰਦੇ ਹੋ? ਸਾਡਾ ਠੀਕ ਚੱਲ ਰਿਹਾ। ਪਹਿਲੇ ਸਾਲ ਕੁਝ ਪ੍ਰੋਬਲਮਾਂ ਆਉਂਦੀਆਂ, ਬੰਦੇ ਨੂੰ ਪਤਾ ਨਹੀਂ ਹੁੰਦਾ ਵੀ ਕਿਸ ਤਰ੍ਹਾਂ ਕਿਹੜੀ ਡਾਈਟ ਚਾਹੀਦੀ ਹੈ ਇਹਨਾਂ ਨੂੰ। ਫਿਰ ਜਿੱਦਾਂ ਮਤਲਬ ਤੁਹਾਨੂੰ ਆਦਤ ਪੈ ਜਾਂਦੀ ਹੈ, ਤੁਸੀਂ ਗਾਈਡਲਾਈਨ ਲੈਂਦੇ ਹੋ ਬਾਹਰ ਤੋਂ ਜਾ ਕੇ ਕੰਸਲਟ ਕਰਦੇ ਹੋ, ਫਿਰ ਹੋਰ ਜਿਹੜੇ ਫਾਰਮਰ ਹੈ ਬਾਹਰ ਉਹਨਾਂ ਨਾਲ ਮਿਲਦੇ ਹੋ, ਫਿਰ ਤੁਹਾਡਾ ਹੌਲੀ ਹੌਲੀ ਜਿੱਦਾਂ ਤੁਸੀਂ ਕੰਮ ਕਰਦੇ ਜਾਓਗੇ ਹਰ ਪਰ ਈਅਰ ਅੱਛਾ ਹੁੰਦਾ ਜਾਏਗਾ। ਪਹਿਲਾਂ ਕੁਝ ਹੋਰ ਹੋਏਗਾ, ਬਾਅਦ 'ਚ ਕੁਝ ਹੋਰ ਹੋ ਜਾਂਦਾ ਹੈ ਜੇ ਬੰਦਾ ਮਿਹਨਤ ਕਰਦਾ ਹੈ। ਜੇ ਛੱਡ ਦਿੰਦਾ ਬੰਦਾ, ਕੰਮ ਨਹੀਂ ਕਰਦਾ, ਫਿਰ ਉਹਨੂੰ ਦਿੱਕਤਾਂ ਆਉਂਦੀਆਂ ਹੈ। ਬਿਲਕੁਲ ਬਿਲਕੁਲ। ਕਿਉਂਕਿ ਐਚਐਫ ਗਾਵਾਂ ਦੀ ਦਿੱਕਤ ਇਹੀ ਹੈ ਨਾ, ਇਹਨਾਂ ਨੂੰ ਮਤਲਬ ਜੇ ਕੇਅਰ ਨਹੀਂ ਆਪਾਂ ਇਹਨਾਂ ਦੀ ਕਰਦੇ, ਫਿਰ ਇਹਨਾਂ ਨੂੰ ਬਿਮਾਰੀਆਂ ਵੀ ਬਹੁਤ ਲੱਗਦੀਆਂ। ਬਿਲਕੁਲ। ਜਿਹੜੀ ਦੇਸੀ ਦੋਗਲੀ ਗਾਵਾਂ ਉਹਨਾਂ ਦਾ ਇਹ ਹੈ ਵੀ ਉਹ ਇੱਦਾਂ ਮਰਦੀਆਂ ਨਹੀਂ ਹੈਗੀਆਂ ਜੇ ਆਪਾਂ ਉਹਨਾਂ ਦੀ ਇੰਨੀ ਕੇਅਰ ਨਹੀਂ ਕਰਦੇ। ਇਹਨਾਂ ਨੂੰ ਤਾਂ ਬਾਕੀ ਇਹ ਗਰਮੀ ਨਹੀਂ ਸਹਾਰਦੀਆਂ। ਗਰਮੀ ਤੋਂ ਅਸੀਂ ਫੋਗਰ ਲਾਏ ਹੋਏ ਆ ਜੀ। ਇਹਨਾਂ ਨੂੰ ਫੋਗਰ ਉਹ ਲੱਗੇ ਹੋਏ ਆ ਉੱਪਰ। ਬਿਲਕੁਲ। ਹਾਂ, ਬਾਕੀ ਗਰਮੀ 'ਚ ਹੁਣ ਅਸੀਂ ਇਹਨਾਂ ਨੂੰ ਫਰਵਰੀ ਮਾਰਚ 'ਚ ਮਤਲਬ ਇਹਨਾਂ ਨੂੰ ਤਿਆਰ ਕਰਨਾ ਪੂਰਾ ਵੀ ਗਰਮੀ 'ਚ ਗਰਮੀ ਸਹਿ ਸਕਣ। ਇਹਨਾਂ ਦੀ ਡਾਈਟ ਅਸੀਂ ਉਸ ਤਰ੍ਹਾਂ ਦੀ ਕਰਨੀ ਹੈ। ਬਿਲਕੁਲ। ਯੂਨੀਵਰਸਿਟੀ ਗਏ ਹੋ ਕਿਤੇ ਤੁਸੀਂ? ਯੂਨੀਵਰਸਿਟੀ ਗਿਆ ਜੀ ਮੈਂ ਸਟਾਰਟਿੰਗ 'ਚ ਜਦੋਂ ਮਤਲਬ ਕੰਮ ਕੀਤਾ ਸੀ ਉਸ ਟਾਈਮ ਦੇਖ ਕੇ ਆਇਆ ਮੈਂ ਸਾਰਾ ਯੂਨੀਵਰਸਿਟੀ। ਅੱਛਾ। ਤੇ ਉੱਥੋਂ ਕੁਝ ਮਤਲਬ ਸਿੱਖਣ ਨੂੰ ਮਿਲਿਆ ਜਾਂ? ਯੂਨੀਵਰਸਿਟੀ ਤੋਂ ਬਸ ਗਾਵਾਂ ਦੇ ਦੇਖ ਕੇ ਉਹਨਾਂ ਨੂੰ ਉੱਥੇ ਉਹਨਾਂ ਦੀ ਡਾਈਟ ਪਲਾਨ ਸਾਰਾ ਕੁਝ ਪੁੱਛਿਆ ਡਾਕਟਰਾਂ ਨੂੰ। ਉੱਥੇ ਵੀ ਉਹੀ ਕਹਿੰਦੇ ਜਿਹੜਾ ਮੈਂ ਤੁਹਾਨੂੰ ਕਿਹਾ ਵੀ ਉੱਥੇ ਆਪਾਂ ਨੂੰ ਚੈੱਕ ਕਰਨੇ ਪੈਂਦੇ ਆ, ਫਾਰਮ 'ਚ ਰਹਿਣਾ ਪੈਂਦਾ ਹੈ ਜੇ ਆਪਾਂ ਨੇ ਕੰਮ ਸਹੀ ਤਰੀਕੇ ਨਾਲ ਕਰਨਾ। ਬਿਲਕੁਲ ਬਿਲਕੁਲ।
ਹੋਰ ਬਾਈ ਆਖਰੀ ਦੇ ਵਿੱਚ ਤੁਸੀਂ ਇਹ ਦੱਸੋ ਵੀ ਓਵਰਆਲ ਤਜਰਬਾ ਤੁਹਾਡਾ ਕੀ ਕਹਿੰਦਾ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਸੁਣਨ ਵਾਲੇ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਵੀ ਇਹ ਕੰਮ ਤੁਹਾਨੂੰ ਕਿੱਦਾਂ ਦਾ ਲੱਗਿਆ ਜਾਂ ਕਿਵੇਂ ਜਿਹੜਾ ਕੋਈ ਜਿੰਦੇ ਕੋਲ ਕੁਝ ਨਹੀਂ ਹੈਗਾ ਜਿਹਨੇ ਕੰਮ ਸ਼ੁਰੂ ਕਰਨਾ ਕਿ ਉਹ ਕਰ ਸਕਦਾ ਜਾਂ ਨਹੀਂ? ਦੇਖੋ ਜੀ, ਜੇ ਤਾਂ ਤੁਹਾਨੂੰ ਬੈਂਕ ਕੋਈ ਲੋਨ ਦਿੰਦਾ ਹੈ ਤਾਂ ਚੰਗੀ ਗੱਲ ਹੈ ਵੀ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਕੰਮ ਨੂੰ, ਮੈਨੇਜ ਕਰ ਸਕਦੇ ਹੋ। ਜੇ ਤੁਹਾਨੂੰ ਨਹੀਂ ਵੀ ਕੋਈ ਬੈਂਕ ਲੋਨ ਦਿੰਦਾ ਤਾਂ ਤੁਸੀਂ ਬੱਚੀਆਂ ਲੈ ਕੇ ਪਾਲ ਸਕਦੇ ਹੋ ਖੁਦ। ਅੱਛਾ। ਤੁਹਾਨੂੰ ਬੱਚੀਆਂ 10,000 ਰੁਪਏ 'ਚ ਮਤਲਬ ਠੀਕ ਬੱਚੀ ਮਿਲ ਜਾਂਦੀ ਹੈ। ਉਹਦੀ ਤੁਸੀਂ 10 ਕੁ ਬੱਚੀਆਂ ਲੈ ਕੇ ਸਟਾਰਟ ਕਰ ਲਓ ਤੁਸੀਂ। ਉਹਨਾਂ ਨੂੰ ਜਦੋਂ ਸੂਗੀਆਂ ਤੁਹਾਡਾ ਆਟੋਮੈਟਿਕ ਸਿਸਟਮ ਸ਼ੁਰੂ ਹੋ ਜਾਏਗਾ। ਬਿਲਕੁਲ ਤੇ ਤੁਹਾਨੂੰ ਕੋਈ ਬੈਂਕ ਲੋਨ ਵੀ ਨਹੀਂ ਦਿੰਦਾ। ਬਾਕੀ ਕੰਮ 'ਚ ਕੋਈ ਪ੍ਰੋਬਲਮ ਨਹੀਂ, ਕੰਮ ਵਧੀਆ ਹੈ। ਤੁਹਾਨੂੰ ਮਾਰਕੀਟਿੰਗ ਦੀ ਦਿੱਕਤ ਨਹੀਂ ਵੀ ਤੁਹਾਡਾ ਕਿੱਥੇ ਸਮਾਨ ਵਿਕੇਗਾ, ਇੱਥੇ ਲੈ ਜਾਂਦੇ ਆ। ਹਾਂ, ਤੁਹਾਨੂੰ ਵੇਰਕਾ ਦੀ ਸਪਲਾਈ ਹੈਗੀ ਹੈ। ਤੁਸੀਂ ਡਾਇਰੈਕਟ ਵੇਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਚੰਗੇ ਪੈਸੇ ਬਣ ਜਾਣੇ ਆ। ਉਹ ਤੁਹਾਨੂੰ ਕਸਟਮਰ ਦੇਖਣਾ ਪੈਣਾ ਵੀ ਪੇਮੈਂਟ ਮੇਰੀ ਕਿੱਦਾਂ ਹੋ ਰਹੀ ਹੈ। ਸਹੀ ਗੱਲ। ਹਾਂਜੀ, ਮਤਲਬ ਠੀਕ ਹੈ, ਕੰਮ ਵਧੀਆ। ਕੁੱਲ ਮਿਲਾ ਕੇ ਠੀਕ ਹੈ ਜੀ ਕੰਮ। ਜਿੱਦਾਂ ਹੁਣ ਪਿੱਛੇ ਕਰੋਨਾ ਦੇ ਸਿਸਟਮ 'ਚ ਸਾਰੇ ਹੀ ਕੰਮ ਫੇਲ ਹੋ ਗਏ ਸੀ। ਇਹ ਤਾਂ ਚੱਲਦਾ ਸੀ। ਦੁੱਧ ਦਾ ਕੰਮ ਵੀ ਬੰਦ ਨਹੀਂ ਹੋਇਆ ਜੀ। ਦੁੱਧ ਦੀ ਸਪਲਾਈ ਵੇਰਕਾ ਨੇ ਲਗਾਤਾਰ ਚੱਕੀ ਹੈ। ਤੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਸਾਡੇ ਦੋਸਤੋ ਜਿਹੜੇ ਆਪਣੇ ਨੌਜਵਾਨ ਆ ਜਿਹੜੇ ਜ਼ਮੀਨ ਵੀ ਨਹੀਂ ਹੈਗੀ ਜਿਨ੍ਹਾਂ ਦੇ, ਤਾਂ ਉਹ ਵੀ ਇਹ ਨਹੀਂ ਸੋਚ ਸਕਦੇ ਕਿ ਅਸੀਂ ਕੁਝ ਨਹੀਂ, ਸਾਡੇ ਕੋਲੇ ਕੰਮ ਨਹੀਂ ਹੈ ਕਰਨ ਨੂੰ ਜਾਂ ਕੁਝ ਨਹੀਂ ਹੈ। ਜਿਵੇਂ ਬਾਈ ਨੇ ਦੱਸਿਆ ਕਿ ਜੇਕਰ ਬੈਂਕ ਲੋਨ ਦਿੰਦੀ ਹੈ ਤੁਸੀਂ ਲੋਨ ਲਓ, 90% ਤੱਕ ਲੋਨ ਮਿਲ ਜਾਂਦਾ। ਅਗਲੀ ਗੱਲ ਇਹ ਹੈ ਕਿ ਜੇਕਰ ਤੁਸੀਂ ਲੋਨ ਵੀ ਨਹੀਂ ਲੈ ਸਕਦੇ, ਬੈਂਕ ਲੋਨ ਨਹੀਂ ਦਿੰਦੀ, ਤਾਂ ਤੁਸੀਂ ਬੱਚੀਆਂ ਰੱਖ ਲਓ, 2 4 5 7 ਜਿੰਨੀਆਂ ਰੱਖਣੀਆਂ ਚਾਹੁੰਦੇ ਰੱਖ ਲਓ ਤੇ ਉਹਨਾਂ ਦੀ ਸੇਵਾ ਕਰੋ, ਉਹਨਾਂ ਨੂੰ ਪਾਲੋ ਤੇ ਉਸ ਤੋਂ ਬਾਅਦ ਤੁਸੀਂ ਉਹਨਾਂ ਤੋਂ ਜਦੋਂ ਉਹ ਸੂਪੀਆਂ ਦੁੱਧ ਲੈ ਸਕਦੇ ਹੋ ਤੇ ਆਪਣਾ ਮੁਨਾਫਾ ਕਮਾ ਸਕਦੇ ਹੋ ਤੇ ਹੋਰ ਤਰੱਕੀ ਕਰ ਸਕਦੇ ਹੋ। ਧੰਨਵਾਦ।